ਇਸ ਤੋਂ ਅੱਗੇ ਨਵਾਂ ਅਧਿਆਇ ਹੈ ਜੀ ਭੁੱਖ। ਜਦੋਂ ਬਚਿੱਤਰ ਸਿੰਘ ਵਾਲਾ ਰੇੜਕਾ ਪਿਆ ਤਾਂ ਠੀਕਰੀ ਵਾਲੀਏ ਸ਼ਾਂਤ ਹੋ ਗਏ। ਗੁੱਝੀਆਂ ਸੁਰੰਗਾਂ ਬੇਸ਼ੱਕ ਉਹ ਲਗਾਤਾਰ ਚਲਾਉਂਦੇ ਰਹੇ। ਇਸ ਤੋਂ ਪਹਿਲਾਂ ਕੇਵਲ ਸਿੰਘ ਜਦੋਂ ਰਾਏਪੁਰ ਆਉਂਦਾ ਤਾਂ ਬਾਤ ਪਾਵਾਂ ਟੁੱਕ ਵਾਲੀ ਮੁਹਾਰਨੀ ਗਾਉਂਦਾ, ਆਪਣੇ ਹਿੱਸੇ ਦੇ ਸਿਆੜ ਭਾਲਦਾ, ਮਿੱਠੀ ਨਾਨੀ ਨੂੰ ਵਡਿਆਉਂਦਾ। ਊਂ ਗਿਆਨਕੁਰ ਦੀ ਪੈਦਾਇਸ਼ ਤੁਹਾਡੀ ਕੁੱਖੋਂ ਇੱਥੇ ਆ ਕੇ ਹੀ ਹੋਈ ਹੋਊ ਬੀਬੀ, ਮੀਰਪੁਰੋਂ ਤੁਹਾਡੇ ਮਗਰ ਤਾਂ ਨਹੀਂ ਆਈ ਹੋਣੀ। ਇੱਕ ਦਿਨ ਉਸਨੇ ਅਮਰ ਕੌਰ ਨੂੰ ਇੰਨਾ ਨੰਗਾ ਪ੍ਰਸ਼ਨ ਪੁੱਛਣ ਦੀ ਦਲੇਰੀ ਦਿਖਾਈ। ਚੜਾਉਂਦਾ ਖਿਜਾਉਂਦਾ ਤਾਂ ਪਹਿਲਾਂ ਵੀ ਰਹਿੰਦਾ। ਇੱਥੇ ਆ ਕੇ ਜਵਾਈ ਭਾਈ ਔਰ ਸਕੇ ਧੀ ਪੁੱਤ ਦਾ ਫਰਕ ਪਤਾ ਲੱਗਦਾ ਕਾਕਾ। ਜੇ ਮੇਰਾ ਆਪਣਾ ਪੁੱਤਰ ਹੁੰਦਾ ਤਾਂ ਇੰਨੀ ਨੰਗੀ ਗੱਲ ਕਰਨ ਦੀ ਹਿੰਮਤ ਕਦੇ ਨਾ ਕਰਦਾ। ਇੱਕ ਵਾਰੀ ਤਾਂ ਮਿੱਠੀ ਨਾਨੀ ਕੱਪੜਿਆਂ ਤੋਂ ਬਾਹਰ ਹੋ ਗਈ, ਪਰ ਦੂਜੇ ਪਲ ਆਪਾ ਸੰਭਾਲਦੀ ਬੋਲੀ, ਸੁਣ ਲੈ ਕੰਨ ਖੋਲ੍ਹ ਕੇ ਸਾਊਆ, ਇਹ ਮੇਰੀ ਸਕੀ ਧੀ ਔਰ ਐਸੇ ਬਚਨ ਸੂਹ ਦਾ ਤੁਖਮ ਹੈ। ਪਿਛ ਲੱਗ ਕੋਈ ਨਹੀਂ ਆਈ। ਕੁਆਰੀਆਂ ਕੁੜੀਆਂ ਵੱਲੋਂ ਜਵਾਕ ਜੰਮਣ ਦਾ ਰਿਵਾਜ ਸਾਡੇ ਪਿੰਡਾਂ ਕੰਨੀ ਦਾ ਮੱਲਾ ਰਿਹਾ ਕਦੇ ਨਹੀਂ। ਇੱਧਰ ਤੁਹਾਡੇ ਵੱਲ ਹੋਵੇ ਕੁਛ ਨਹੀਂ ਕਹਿ ਸਕਦੇ। ਉਦਣ ਅੰਦਰੋਂ ਸੜੀ ਭੁੱਜੀ ਮਿੱਠੀ ਅਮਰੋ ਮੁਸਕਰਾਉਂਦੀ ਰਹੀ ਤਾਂ ਵੱਡੀ ਨਾਨੀ ਦੁੱਧ ਕੱਢ ਲਿਆਈ। ਹੁਣ ਕੇਵਲ ਸਿੰਘ ਨੇ ਚੁੱਪ ਧਾਰ ਲਈ ਸੀ। ਸਾਹਮਣੇ ਕੁਰਸੀ ਉੱਪਰ ਬੈਠੀ ਗਿਆਨੋ ਮਾਸੀ ਇੰਝ ਦੇਖ ਰਹੀ ਸੀ ਜਿਵੇਂ ਉਸ ਦੀ ਕੋਈ ਖਾਸ ਸ਼ੈ ਗੁਆਚ ਗਈ ਹੋਵੇ। ਵਿਸਾਖ ਦੀ ਉਸ ਦੁਪਹਿਰ ਨੂੰ ਕੁਝ ਚਿੜੀਆਂ ਚਹਿਚਹਾਉਂਦੀਆਂ ਟੀ ਆਇਰਨ ਵਾਲੀ ਚਿੱਟੀ ਨੀਲੀ ਹਿਰਮਚੀ ਛੱਤ ਦੇ ਖੰਮਣੀ ਬੰਨੇ ਗਾਡਰ ਉੱਤੇ ਆ ਬੈਠੀਆਂ। ਵੱਡੀ ਨਾਨੀ ਚੁੱਪਚਾਪ ਜਿਵੇਂ ਆਈ ਸੀ ਵਾਪਸ ਪਰਤ ਗਈ ਤਾਂ ਕਾੜਨੀ ਵਿੱਚੋਂ ਕੱਢਿਆ ਮਲਾਈ ਵਾਲਾ ਮਿੱਠਾ ਦੁੱਧ ਪੀਂਦਾ ਛੋਟਾ ਮਾਸੜ ਮੁੜ ਬੋਲਿਆ, ਉਹਨਾਂ ਜਨੌਰਾਂ ਕੰਨੀਓ ਦੇਖ ਲਓ ਬੀਬੀ ਜੀ। ਉਸਨੇ ਗਾਡਰ ਉੱਪਰ ਪਾਏ ਆਲਣੇ ਵਿੱਚੋਂ ਚੀਂ ਚੀਂ ਕਰਦੇ ਲਾਲ ਸੁਰਖ ਚੁੰਝਾਂ ਬਾਹਰ ਕੱਢਦੇ ਬੋਟਾਂ ਵੱਲ ਇਸ਼ਾਰਾ ਕੀਤਾ। ਨਾਨੀ ਅਮਰ ਕੌਰ ਦੀ ਤਾਂ ਇਹਨਾਂ ਪੰਛੀਆਂ ਨਾਲ ਜਿਵੇਂ ਕੋਈ ਗੂੜੀ ਸਕੀਰੀ ਸੀ। ਅਜੇ 15 ਦਿਨ ਪਹਿਲਾਂ ਉਸਨੇ ਇਹਨਾਂ ਦੋਹਾਂ ਬੱਚਿਆਂ ਨੂੰ ਭੁੰਜੇ ਡਿੱਗਿਆਂ ਨੂੰ ਚੁੱਕ ਕੇ ਕੀੜੀਆਂ ਝਾੜ ਕੇ ਮੁੜ ਉੱਚੀ ਥਾਂ ਰੱਖਿਆ ਸੀ ਜਦੋਂ ਚਿੜੀ ਨੇ ਉਸ ਉੱਪਰ ਹੱਲਾ ਬੋਲ ਦਿੱਤਾ ਸੀ। ਤੂੰ ਆਹ ਦੇਖ ਕੇਵਲ ਸਿਆਂ, ਇਹਨਾਂ ਦੀ ਮਾਂ ਹਰਾਂਬੜ ਦੇ ਕਾਰੇ। ਮਿੱਠੀ ਨਾਨੀ ਨੇ ਆਪਣੇ ਮੱਥੇ ਉੱਪਰ ਪਏ ਦਾਗ ਵੱਲ ਇਸ਼ਾਰਾ ਕੀਤਾ। ਹੁਣ ਤੱਕ ਉਹ ਵੀ ਪ੍ਰਾਹੁਣੇ ਵੱਲੋਂ ਦਿਖਾਈ ਬੇਸ਼ਰਮੀ ਤੋਂ ਸੰਭਲ ਚੁੱਕੀ ਸੀ। ਜਦੋਂ ਉਹ ਗਾਡਰ ਨਾਲ ਟੇਢੀ ਪੌੜੀ ਲਾ ਕੇ ਇਹਨਾਂ ਪਿਲੇ ਦਬਾ ਦਬ ਧੜਕਦੇ ਗੁਲਾਬੀ ਬੋਟਾਂ ਨੂੰ ਮੁੜ ਆਲਣੇ ਵਿੱਚ ਟਿਕਾ ਰਹੀ ਸੀ ਤਾਂ ਚਿੜੀ ਚਿੜੇ ਦੇ ਸਾਂਝੇ ਹਮਲੇ ਕਾਰਨ ਬੌਂਦਲੀ ਹੋਈ ਮਸਾਂ ਡਿੱਗਣੋਂ ਬਚੀ ਸੀ। ਤੂੰ ਤਾਂ ਫਿਰ ਇਹਨਾਂ ਜਨੌਰਾਂ ਨਾਲੋਂ ਵੀ ਰਹਿ ਖੜੀ ਐ ਮਾਂ ਮੇਰੀਏ। ਹੁਣ ਤੱਕ ਗੁੰਮਸੁੰਮ ਬੈਠੀ ਗਿਆਨੋ ਨੇ ਨਿਹੋਰਾ ਕੀਤਾ। ਉੱਤਰ ਵਜੋਂ ਮਿੱਠੀ ਨਾਨੀ ਨੇ ਹੁਣ ਚੁੱਪ ਵੱਟਣੀ ਜਾਇਜ਼ ਸਮਝੀ। ਧੀ ਦੇ ਸਹੁਰੇ ਅਤੇ ਪ੍ਰਾਹੁਣਾ ਤਾਂ ਭੁੱਖੇ ਟੱਕਰੇ ਸਨ, ਪਰ ਚੰਗੀ ਭਲੀ ਸਬਰ ਸੰਤੋਖ ਵਾਲੀ ਉਹਦੀ ਧੀ ਨੂੰ ਵੀ ਕੁਝ ਵਰ੍ਹਿਆਂ ਵਿੱਚ ਉਹੀ ਰੰਗ ਚੜ੍ਹ ਚੁੱਕਾ ਸੀ। ਉਹ ਮਨ ਹੀ ਮਨ ਸੋਚਣ ਲੱਗੀ, ਪ੍ਰਾਹੁਣੇ ਨਾਲੋਂ ਸਗੋਂ ਗਿਆਨੋ ਜ਼ਿਆਦਾ ਜਿੱਦ ਕਰਦੀ, ਆਪਣੇ ਹਿੱਸੇ ਆਉਂਦੇ ਮੁਰੱਬੇ ਉੱਪਰ ਆਪਣਾ ਹੱਕ ਜਤਾਉਂਦੀ, ਉਮਰ ਭਰ ਦੀਆਂ ਰੋਟੀਆਂ ਖੋਹਣ ਦੀ ਰੱਟ ਲਗਾਉਂਦੀ। ਹਾਲਾਂਕਿ ਬਚਨ ਸਿੰਘ ਨੇ ਉਸ ਨੂੰ ਕਈ ਵਾਰੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਕੁਲ ਘਾਤੀ ਨਹੀਂ ਬਣੇਗਾ, ਆਪਣੀ ਜ਼ਮੀਨ ਨੂੰ ਬੇਗਾਨੇ ਗੋਤ ਵਿੱਚ ਹਰਗਿਜ਼ ਨਹੀਂ ਜਾਣ ਦੇਵੇਗਾ। ਉਹ ਤੁਹਾਡੇ ਘਰੇ ਘਾਟਾ ਕਿਹੜੀ ਚੀਜ਼ ਦਾ ਮੱਲੀਏ? ਅਮਰ ਕੌਰ ਤੋਂ ਹੁਣ ਪੁੱਛੇ ਬਗੈਰ ਨਹੀਂ ਰਹਿ ਹੋਇਆ। ਤੋਟ ਕੋਈ ਨਹੀਂ ਬੇਬੇ, ਰੰਗ ਭਾਗ ਲੱਗੇ ਨੇ। ਅਸਲੀ ਗੱਲ ਆਪਣਾ ਹੱਕ ਮੰਗਣ ਦੀ ਉਹ ਹੈਗੀ। ਹਾਲੇ ਵੀ ਗਿਆਨੋ ਨੇ ਹੀ ਜਵਾਬ ਦਿੱਤਾ। ਹਾਲਾਂਕਿ ਨਾਨੀ ਦੀ ਨਜ਼ਰ ਕੇਵਲ ਵੱਲ ਸਿੱਧੀ ਹੋਈ ਸੀ। ਤੂੰ ਚੁੱਪ ਕਰ ਕੁੜੀਏ, ਪ੍ਰਾਹੁਣੇ ਨੂੰ ਬੋਲਣ ਦੇ। ਉਹ ਆਪਣੀ ਧੀ ਨੂੰ ਟੁੱਟ ਕੇ ਪੈ ਗਈ। ਮੈਂ ਕਿਹਾ ਤੈਂ ਸਾਡੀ ਗਿਆਨੋ ਨਾਲ ਵਿਆਹ ਕਰਾਇਆ ਤਾਂ ਜਾਂ ਇਹਦੀ ਜ਼ਮੀਨ ਗੈਲ? ਮਿੱਠੀ ਨੇ ਪੁੱਛਿਆ। ਕੇਵਲ ਸਿੰਘ ਚੁੱਪ ਬੈਠਾ ਰਿਹਾ। ਸ਼ਾਇਦ ਪਹਿਲਾਂ ਜ਼ਿਆਦਾ ਬੋਲਣ ਉੱਤੇ ਪਛਤਾ ਰਿਹਾ ਸੀ। ਹੁਣ ਬੋਲਦੇ ਕਿਉਂ ਨਹੀਂ ਕਾਕਾ ਜੀ? ਜੇ ਭਲਾ ਮੇਰੀ ਗਿਆਨੋ ਨੂੰ ਕੁਛ ਹੋ ਜਾਂਦਾ ਤੂੰ ਇਸ ਜ਼ਮੀਨ 'ਚੋਂ ਜਵਾਕ ਜੰਮ ਲੈਂਦਾ?
ਵਿਆਹ ਸ਼ਾਦੀ ਕਿਤੇ ਜ਼ਮੀਨਾਂ ਖਾਤਰੇ ਕਰਾਈ ਜਾਂਦੀ ਹੈ। ਤੁਸੀਂ ਇਹ ਗੱਲ ਕਿਉਂ ਨਹੀਂ ਸਮਝਦੇ? ਕੇਵਲ ਸਿੰਘ ਨਹੀਂ ਬੋਲਿਆ। ਹੁਣ ਗਿਆਨੋ ਨੇ ਵੀ ਮਾਂ ਦਾ ਵਿਗੜਿਆ ਰੌਂ ਦੇਖ ਕੇ ਚੁੱਪ ਵੱਟਣੀ ਬਿਹਤਰ ਸਮਝੀ। ਉਹ ਆਪਣੇ ਸਹੁਰੇ ਪਰਿਵਾਰ ਵੱਲੋਂ ਵੀ ਬੁਰੀ ਨਹੀਂ ਸੀ ਪੈਂਦੀ। ਜਦੋਂ ਸ਼ਾਮ ਨੂੰ ਸੂਬੇਦਾਰ ਸਹੁਰਾ ਆੜਤ ਦੀ ਦੁਕਾਨ ਤੋਂ ਮੁੜਿਆ ਰੋਟੀ ਖਾਣ ਲਈ ਬੈਠਦਾ, 2 ਹਾੜੇ ਦਾਰੂ ਦੇ ਲਾ ਕੇ ਜ਼ਮੀਨ ਜਾਇਦਾਦ ਵਾਲਾ ਤਬਾਹ ਲਾਉਂਦਾ, ਉਹ ਤਕਰਾਰ ਕਰਨ ਦੀ ਥਾਂ ਤਰਾਰੇ ਵਿੱਚ ਹੋਏ ਦਿਆਲ ਸਿੰਘ ਨਾਲ ਝਟਪਟ ਸਹਿਮਤ ਹੋ ਜਾਂਦੀ। ਬੇਸ਼ੱਕ ਉਸ ਦੀ ਸੱਸ ਨਛੱਤਰ ਕੌਰ ਸੂਬੇਦਾਰ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੀ। ਸਬਰ ਸ਼ਾਂਤੀ ਰੱਖੀ ਦੀ ਹੈ ਸਾਹਿਬ, ਸਹਿਜ ਨਾਲ ਸਭ ਸੂਤ ਹੋ ਜਾਂਦਾ। ਮੈਂ ਵੀ ਆਪਣੇ ਪੇਕਿਆਂ ਤੋਂ ਆਉਂਦਾ ਹਿੱਸਾ ਕਿਹੜਾ ਛੱਡਿਆ, ਕਾਲੇ ਪੈਣ ਦੀ ਕਿਹੜੀ ਲੋੜ ਹੈ। ਉਹ ਬਾਬੇ ਨਾਨਕ ਵਾਂਗ ਪੰਜਾ ਖੜਾ ਕਰਦੀ, ਟੋਟਕਾ ਸੁਣਾਉਂਦੀ। ਮੰਗਣਾ ਹੈ ਤਾਂ ਰੱਬ ਤੋਂ ਮੰਗੀਏ, ਜਿਹੜਾ ਦਾਤਾਂ ਦਿੰਦਾ ਨਾ ਥੱਕੇ। ਬੰਦੇ ਕੋਲੋਂ ਕੀ ਹੈ ਮੰਗਣਾ, ਜੋ ਮੁੜ ਮੁੜ ਰੱਬ ਵੱਲ ਤੱਕੇ, ਉਹ ਸਮਝਾਉਂਦੀ। ਜੇ 25 ਕਿੱਲੇ ਉਸ ਦੇ ਕੇਵਲ ਸਿੰਘ ਦੇ ਨਸੀਬਾਂ ਵਿੱਚ ਹੋਰ ਲਿਖੇ ਹੋਣਗੇ ਤਾਂ ਉਸ ਨੂੰ ਮਿਲ ਕੇ ਰਹਿਣਗੇ। ਮੱਥੇ ਦੀਆਂ ਲਕੀਰਾਂ ਨੂੰ ਕਿਹੜਾ ਮੇੜ ਦਊ? ਇਹ ਭੋਏ ਐ ਲక్ష్ਮੀ ਨਹੀਂ ਸਾਹਿਬ, ਜਿਹੜੀ ਹੇਠਾਂ ਹੀ ਹੇਠਾਂ ਗਾਹਾਂ ਤੁਰ ਜੂ। ਉਹ ਸੋਫੀ ਹੋਏ ਸੂਬੇਦਾਰ ਨੂੰ ਗਿਆਨੋ ਤੋਂ ਬਚਾ ਕੇ ਵੀ ਮੱਤਾਂ ਦਿੰਦੀ, ਥੋੜ੍ਹੀ ਹੋਈ ਨੀਤ ਨਾ ਦਿਖਾਉਣ ਲਈ ਪ੍ਰੇਰਦੀ। ਜ਼ਮੀਨ ਨਾ ਮਿਲਣ ਬਦਲੇ ਸ਼ਗਨਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਥੋੜ੍ਹੋ ਤਿਆਗੀ ਜਾ ਸਕਦੀ ਸੀ, ਜਿਹੜੀ ਹੁਣ ਨਵੀਂ ਵਿਆਹੁਲੀ ਆਈ ਬਹੁਤੀ ਨਹੀਂ, ਸਗੋਂ 2 ਜਵਾਕਾਂ ਦੀ ਮਾਂ ਵੀ ਸੀ। ਦੋਵੇਂ ਪੋਤਰੇ ਸੁੱਖ ਨਾਲ ਉਹਨਾਂ ਦੀ ਅੰਸ ਬੰਸ ਸਨ। ਆਪਣੀ ਆਸ ਮੁਰਾਦ ਦੀ ਸੁੱਖ ਮੰਗੀ ਦੀ ਹੈ ਜੀ। ਨੂੰਹ ਅਰ ਗੁਰਸੋਹਣ ਬਗੈਰ ਆਪਾਂ ਬੰਬੇ ਛੜਾਂ ਨੂੰ ਵੀ ਕੀ ਕਰਾਂਗੇ। ਜ਼ਮੀਨ ਜਾਇਦਾਦ ਜੀਆਂ ਖਾਤਰੇ ਹੁੰਦੀ ਹੈ। ਨਛੱਤਰ ਕੌਰ ਬਾਰ-ਬਾਰ ਸਬਰ ਰੱਖਣ ਦੀ ਦਲੀਲ ਦਿੰਦੀ, ਪਰ ਦਿਆਲ ਸਿੰਘ ਉਸ ਦੀਆਂ ਸਮਝੌਤੀਆਂ ਤੋਂ ਖਿਝ ਜਾਂਦਾ। ਤੁਹਾਡੀ ਤੀਵਿਆਂ ਦੀ ਮੱਤ ਸੱਚੀਓ ਗਿੱਚੀ ਪਿੱਛੇ ਹੁੰਦੀ ਹੈ, ਸਿੱਧਰੀਆਂ ਹੁੰਦੀਆਂ ਉਹ ਤੁਸੀਂ। ਜੇ ਤੁਣਕਾ ਮਾਰਨਾ ਮੈਂ ਵੀ ਛੱਡ ਦੇਵਾਂ ਤਾਂ ਇੱਕ ਨੇ ਠੰਡ ਠੇਰ ਹੋ ਜੂ। ਮਚਲੇ ਹੋਏ ਤਾਂ ਇਹਦੇ ਤਾਏ ਦੇ ਪੁੱਤ ਪਹਿਲਾਂ ਹੀ ਬੈਠੇ ਨੇ। ਸੂਬੇਦਾਰ ਝਰਾਟਾ ਛੱਡਦਾ, ਤੜਫਦਾ, ਧੀਮੇ ਸੁਭਾਅ ਵਾਲੀ ਪਤਨੀ ਦੇ ਥੱਪੜ ਮਾਰਨ ਤੱਕ ਜਾਂਦਾ। ਤੇਰੇ ਕਾਲਜੇ ਹੌਲ ਕਿਉਂ ਨਹੀਂ ਪੈਂਦਾ ਖੁੱਥੜ ਤੀਵੀਂ ਦੇ? ਹਿੱਸੇ ਬਹਿੰਦੀ ਵਿਰਾਸਤ ਕੌਣ ਛੱਡਦਾ ਹੁੰਦਾ? ਦਿਆਲ ਸਿੰਘ ਛਿੜ ਪੈਂਦਾ। ਉਸਨੇ ਆਪਣੇ ਸੁਪੁੱਤਰ ਲਈ ਜਾਇਦਾਦ ਤੋਂ ਬਿਨਾਂ ਹੋਰ ਦੇਖਿਆ ਕੀ ਸੀ। ਜੇ ਉਹ ਚਾਹੁੰਦਾ 10 ਜਮਾਤਾਂ ਪਾਸ ਗਿਆਨੋ ਦੀ ਥਾਂ ਹੋਰ ਚੰਗੀ ਪੜ੍ਹੀ ਲਿਖੀ ਨੌਕਰੀ ਪੇਸ਼ਾ ਕੁੜੀ ਭਾਲਦਾ। ਭਾਂਬਰੀ ਤੋਂ ਉਹਦੇ ਸਹੁਰਿਆਂ ਦੇ ਨੇੜ ਸਕਿਆਂ ਵਿੱਚੋਂ ਸਾਲਾ ਲੱਗਦਾ ਬੰਤਾ ਸਿੰਘ ਆਪਣੀ ਲਿਹਾਜ਼ ਵਿੱਚੋਂ ਪੱਕੀ ਟੀਚਰ ਲੱਗੀ ਕੁੜੀ ਦਾ ਸਾਕ ਕਰਾਉਣ ਲਈ ਤਹੂ ਹੋਇਆ ਫਿਰਦਾ ਸੀ। ਦਿਆਲ ਸਿੰਘ ਦੇ ਫੌਜ ਵਿਚਲੇ ਇੱਕ ਸਾਥੀ JCO ਦੀ ਇੱਕੋ ਇੱਕ ਲੜਕੀ ਨੇ ਇਲਾਹਾਬਾਦ ਉਹਨਾਂ ਦੇ ਕੋਲ ਰਹਿੰਦਿਆਂ 11ਵੀਂ ਕਰਕੇ ਨਰਸਿੰਗ ਵਿੱਚ ਦਾਖਲਾ ਲਿਆ ਸੀ ਅਤੇ JCO ਉਸ ਦੇ ਕੇਵਲ ਸਿੰਘ ਉੱਤੇ ਵਿਕਿਆ ਹੋਇਆ ਸੀ। ਪਰ ਦਿਆਲ ਸਿੰਘ ਨੂੰ ਨਰਸਿੰਗ ਦੇ ਕਿੱਤੇ ਤੋਂ ਉਦੋਂ ਅਲਕਤ ਜਿਹੀ ਆਉਂਦੀ, ਤਾਂ ਹੀ ਉਸਨੇ ਘਰ ਆਏ ਮਿੱਤਰ ਨੂੰ ਆਊਂ ਮਾਊਂ ਕਰਦਿਆਂ ਬਹਾਨਾ ਲਾ ਕੇ ਮੋੜ ਦਿੱਤਾ ਸੀ। ਉਸ ਅਨੁਸਾਰ ਜੇ ਰਾਏਪੁਰੀਏ ਉਹਨਾਂ ਦਿਨਾਂ ਵਿੱਚ ਕੇਵਲ ਸਿੰਘ ਨੂੰ ਦੇਖਣ ਨਾ ਆਏ ਹੁੰਦੇ ਤਾਂ ਟੀਚਰ ਕੁੜੀ ਦਾ ਸਾਕ ਉਸਨੇ 100% ਪ੍ਰਵਾਨ ਕਰ ਲੈਣਾ ਸੀ। ਮੌਜ ਨਾਲ ਚੜ੍ਹੇ ਮਹੀਨੇ ਘਰ ਬੈਠੀ ਮਾਸਟਰਨੀ ਨੂੰਹ ਦੀ ਤਨਖਾਹ ਪਈ ਜਾਣੀ ਸੀ, ਜਿਸ ਨੇ ਆਪਣੇ ਸਰੀਰ ਨੂੰ ਵੀ ਸੰਭਾਲਿਆ ਹੁੰਦਾ। ਰਾਏਪੁਰੀਏ ਰੰਗੜਾਂ ਦੀ ਧੀ ਗਿਆਨੋ ਵਾਂਗ ਉਸ ਦੇ ਹੱਥਾਂ ਪੈਰਾਂ ਵਿੱਚ ਵਿਆਹੀਆਂ ਨਾ ਫਟੀਆਂ ਹੁੰਦੀਆਂ। ਸੂਬੇਦਾਰ ਝੂਰਨ ਲੱਗ ਜਾਂਦਾ। ਥੋੜ੍ਹਾ ਸਾਮਾ ਹੁੰਦਾ ਤਾਂ ਅੰਨੇ ਦੇ ਸੌਂ ਜਾਣ ਵਾਲਾ ਪਖਾਣਾ ਪਾਉਂਦਾ। ਉਸ ਮੁਤਾਬਕ ਕੋਈ ਮੁਨਾਖਾ ਬੰਦਾ ਆਪਣੀ ਅੱਖਾਂ ਤੋਂ ਅੰਨੀ ਮਾਂ ਕੋਲ ਹਨੇਰੇ ਵਿੱਚ ਮੰਜੇ ਉੱਤੇ ਪਿਆ ਸੀ। ਬਰਾਬਰ ਡਾਹੇ ਮੰਜਿਆਂ ਉੱਤੋਂ ਮਾਂ ਪੁੱਤ ਡੂੰਘੀ ਰਾਤ ਤੱਕ ਗੱਲਾਂ ਕਰਦੇ ਰਹੇ। ਬੇ ਪੁੱਤ ਸੌਂ ਜਾ ਹੁਣ, ਅਖੀਰ ਮਾਂ ਨੇ ਵਾਸੀ ਲੈਂਦਿਆਂ ਕਿਹਾ। ਸੌਣ ਨੂੰ ਆਪਾਂ ਕਿਹੜਾ ਉੱਠ ਕੇ ਬੱਤੀ ਬੁਝਾਉਣੀ ਹੈ, ਦੋਹਾਂ ਦੀਆਂ ਅੱਖਾਂ ਪਹਿਲਾਂ ਹੀ ਬੰਦ ਨੇ, ਚੁੱਪ ਹੀ ਕਰ ਜਾਣਾ। ਮੁਨਾਖੇ ਦੀ ਰੀਸ ਲਾਉਂਦਾ ਸੂਬੇਦਾਰ ਹੱਸਦਾ। ਜੇ ਉਹ ਜਾਇਦਾਦ ਮੰਗਣ ਲਈ ਕੇਵਲ ਸਿੰਘ ਦੇ ਹੁੱਜਾਂ ਨਾ ਮਾਰੇ, ਮੁੰਡੇ ਨੇ ਤਾਂ ਨਜ਼ਰ ਵਿਹੂਣੇ ਬੰਦੇ ਵਾਂਗ ਹੋਰ ਘੇਸਲ ਵੱਟ ਰੱਖਣੀ ਹੈ। ਆਪਣੇ ਪੁੱਤਰ ਨੂੰ ਖਾਮਖਾ ਦੋਸ਼ ਨਾ ਦਿਓ ਜੀ, ਉਹ ਤੁਹਾਡਾ ਕੁੜਮ ਨਿਹੰਗੜਾਈ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦਾ। ਉਹਨੂੰ ਭਤੀਜਿਆਂ ਦਾ ਹੇਜ ਸਤਾਈ ਜਾਂਦਾ। ਇੱਕ ਵਾਰੀ ਨਛੱਤਰ ਕੌਰ ਟੁੱਟ ਕੇ ਪੈ ਗਈ। ਭਤੀਜਿਆਂ ਦਾ ਨਹੀਂ, ਭਰਜਾਈ ਦਾ ਕਹਿ ਤੂੰ। ਉੱਥੇ ਤੇਰੀ ਰਕਾਨ ਬਣੀ ਫਿਰਦੀ ਕੁੜਮਣੀ ਦਾ ਕਸੂਰ ਹੈ।
जितों अपना आदमी काबू 'ਚ नहीं रख होया। तकरार जारी रहिंदा जिहड़ा केवल सिंह ने कई बार सुनिया सी। प्यो नाल ਉਹ पूरी तरह सहमत सी। उसके सहुरिਆਂ ਦੀ नीत शुद्ध नहीं सी। ਗਿਆਨੋ ਦੀ ਰਹਿਣੀ ਬਹਿਣੀ ਫੇਰ ਨਿੱਤ ਬਣ ਠਣ ਕੇ ਰਹਿਣ ਵਾਲੀਆਂ ਮਾਸਟਰੀਆਂ ਵਰਗੀ ਕਿੱਥੇ ਹੋ ਸਕਦੀ ਸੀ। ਉਸਨੇ ਆਪਣੇ ਪਿਤਾ ਨੂੰ ਅਲੱਗ ਬੈਠ ਕੇ ਹੱਥ ਮਲਦਿਆਂ ਵੀ ਦੇਖਿਆ ਸੀ। ਸੋਚਿਆ ਉਸਨੇ ਕੀ ਸੀ, ਪਰ ਕੀ ਹੋ ਗਿਆ ਜੇ 25 ਕਿੱਲੇ ਹੁਣ ਵੀ ਮੁੰਡੇ ਨੂੰ ਮਿਲ ਜਾਣ। ਖੇਤੀ ਨਾਲ ਪੁੱਠਾ ਸਿੱਧਾ ਹੋਣ ਦੀ ਜ਼ਰੂਰਤ ਨਹੀਂ ਸੀ। ਸਾਰੀ ਜ਼ਿੰਦਗੀ ਘਰੇ ਬੈਠਾ ਮੌਜ ਨਾਲ ਭੋਰ ਭੋਰ ਖਾਈ ਜਾਊ। ਅੱਜ ਸਹੁਰੇ ਘਰ ਚੁੱਪ ਬੈਠੇ ਇਹਨਾਂ ਸੋਚਾਂ ਵਿੱਚ ਪਏ ਕੇਵਲ ਸਿੰਘ ਨੇ ਦੇਖਿਆ ਕਿ ਉਸਦੀ ਸੱਸ ਆਪਣੀ ਧੀ ਗਿਆਨੋ ਨਾਲ ਖਹਿਬੜਦੀ ਉੱਠ ਕੇ ਜਾ ਚੁੱਕੀ ਸੀ ਅਤੇ ਨਾਲ ਦੇ ਘਰ ਵਿੱਚ ਆਪਣੀ ਵੱਡੀ ਭੈਣ ਪ੍ਰੀਤਮ ਕੌਰ ਨਾਲ ਖਹਿਬੜ ਰਹੀ ਸੀ। ਤੂੰ ਭੁੱਖੀ ਸੱਪਣੀ ਹੈ, ਸੱਪਣੀ ਜਿਹੜੀ ਖੁੱਦਿਆਂ ਦੀ ਸਤਾਈ ਆਪਣੇ ਸਕੇ ਸੋਧਰਿਆਂ ਨੂੰ ਨਿਗਲ ਜਾਂਦੀ ਹੈ, ਖੋਹੀ ਲੱਗਣੀ। ਸਾਰਾ ਜੱਗ ਉਹਨੂੰ ਬੱਚੇ ਖਾਣੀ ਕਹਿੰਦਾ। ਦੋਹਾਂ ਸੱਸਾਂ ਦੇ ਆਪਸੀ ਮਿਹਣੇ ਤਾਨੇ ਸੁਣਦੇ ਕੇਵਲ ਸਿੰਘ ਨੇ ਨਵਾਰੀ ਪਲੰਘ ਹੇਠੋਂ ਬਕਾਇਆ ਬਚਦਾ ਦੁੱਧ ਪੀਤਾ ਅਤੇ ਉਧਰਲੇ ਬਰਾਂਡੇ ਵਿੱਚ ਜਾ ਬੈਠਿਆ ਜਿੱਥੇ ਝਗੜਾ ਜਾਰੀ ਸੀ। ਮੈਂ ਕਿਹਾ, ਮੇਰੀ ਖਾਤਰ ਇਹ ਘਰ 'ਚ ਕੁਛ ਨਹੀਂ ਰੱਖਿਆ? ਤੂੰ ਮੇਰਾ ਸਾਕ ਕਿਉਂ ਲਿਆਈ ਤੀ? ਅਮਰ ਕੌਰ ਹਾਲੇ ਵੀ ਆਪਣੀ ਵੱਡੀ ਭੈਣ ਨੂੰ ਝੰਜੋੜ ਰਹੀ ਸੀ। ਤੈਂ ਮੈਨੂੰ ਆਪ ਖਾਣ ਖਾਤਰੇ ਇੱਥੇ ਪਾਏ ਟੰਗਿਆ ਤਾ? ਉਸਨੇ ਪ੍ਰੀਤਮ ਕੌਰ ਨੂੰ ਦੋਹਾਂ ਮੋਢਿਆਂ ਤੋਂ ਫੜ ਕੇ ਹਲੂਣਿਆ। ਕਿਉਂ ਕਮਲ ਕੁੱਟਦੀਆਂ ਅਮਰੋ? ਸਾਰਾ ਕੁਛ ਹੀ ਤੇਰਾ। ਤੂੰ ਮੇਰੇ ਬਾਅਦ ਕਿਉਂ ਪੈ ਗਈ ਹੈ? ਵੱਡੀ ਨਾਨੀ ਨੂੰ ਮੈਂ ਪਹਿਲੀ ਵਾਰ ਇੰਨੀ ਝੁੰਝਲਾਈ ਹੋਈ ਦੇਖਿਆ। ਕੀ ਹੈਗਾ ਮੇਰਾ? ਦੱਸ ਤਾਂ ਸਹੀ। ਘਰ ਵਾਲਾ ਮੇਰੇ ਨਾਲ ਕਲਾਮ ਕੋਈ ਨਹੀਂ ਕਰਦਾ। ਤੇਰੇ ਦੋਹਾਂ ਮੁੰਡਿਆਂ ਖਾਤਰ ਮੈਂ ਓਪਰੀ ਅਨੋਬੜ ਹੋ ਗਈਆਂ। ਤੇਰੀਆਂ ਧੀਆਂ ਮੇਰੇ ਹੱਥੀ ਪਾਲੀਆਂ ਪਲੋਸੀਆਂ ਮੇਰਾ ਦਰ ਛੱਡ ਕੇ ਸਿੱਧੀਆਂ ਤੇਰੀ ਕੁੱਛੜ 'ਚ ਵੜ ਕੇ ਸਾਹ ਲੈਂਦੀਆਂ। ਰੋਣ ਹਾਕੀ ਹੋਈ ਅਮਰ ਕੌਰ ਪਲੋ ਪਲੀ ਤੱਤੀ ਹੁੰਦੀ ਗਈ। ਅਲੈਦਾ ਕੋਠੜਾ ਤੈਂ ਆਪੇ ਮੱਲਿਆ, ਤੈਨੂੰ ਜੁਦਾ ਕਿਸੇ ਨੇ ਨਹੀਂ ਕੀਤਾ। ਆਪਣੇ ਆਲੇ ਦੁਆਲੇ ਕਾਰ ਤੈਂ ਆਪੇ ਕੱਢੀ ਹੈ, ਲੀਕ ਤੈਂ ਹੀ ਮਾਰੀ ਹੈ। ਉਹਨੂੰ ਟੱਪ ਕੇ ਕਿਹੜਾ ਤੈਨੂੰ ਜੱਫੀ ਪਾ ਲਵੇ? ਦੁਨੀਆ ਨੂੰ ਮਿਲਣ ਖਾਤਰ ਪਹਿਲਾਂ ਆਪਣੀਆਂ ਬਾਹਾਂ ਖੋਲ੍ਹਣੀਆਂ ਪੈਂਦੀਆਂ ਨੇ ਬੀਬੀ। ਘੁਸੁੰਨ ਵਰਗਾ ਮੂੰਹ ਬਣਾ ਕੇ ਰੱਖੀਏ, ਫਿਰ ਇਨਸਾਨ ਤਾਂ ਕੀ ਬਿੱਲੀਆ ਕੁੱਤੇ ਵੀ ਤੁਹਾਡਾ ਰੁਖ ਨਹੀਂ ਕਰਦੇ। ਵੱਡੀ ਨਾਨੀ ਦੀਆਂ ਅੱਖਾਂ ਉਦੋਂ ਲਾਲ ਸੁਰਖ ਹੋ ਗਈਆਂ। ਸਕੀ ਛੋਟੀ ਭੈਣ ਕਿਵੇਂ ਸ਼ਰੀਕਣੀਆਂ ਵਾਂਗ ਆਡਾ ਲਾਈ ਬੈਠੀ ਸੀ। ਮੇਰੇ ਨਾਲ ਠੇਕਣ ਦੀ ਕੋਈ ਲੋੜ ਨਹੀਂ ਅੜੀਏ। ਆਪਣੇ ਖਸਮ ਨੂੰ ਦਰ ਵੜਦੇ ਨੂੰ ਪਿੱਛੇ ਡੱਕ ਲਿਆ ਕਰ। ਅਖੀਰ ਪ੍ਰੀਤਮ ਕੌਰ ਉੱਠ ਕੇ ਖੜੀ ਹੋ ਗਈ ਜਦੋਂ ਬਰਾਂਡੇ ਵਿੱਚ ਡਾਹੇ ਗੋਲ ਪਾਵਿਆਂ ਵਾਲੇ ਪਲੰਘ ਤੋਂ ਕੇਵਲ ਸਿੰਘ ਨੇ ਦਖਲ ਦਿੱਤਾ। ਹੁਣ ਬੱਸ ਕਰੋ ਬੀਬੀ ਜੀ, ਤੁਸੀਂ ਦੋਵੇਂ ਇਉਂ ਲੜਦੀਆਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ। ਉਸਨੇ ਦੋਹਾਂ ਸੱਸਾਂ ਅੱਗੇ ਹੱਥ ਜੋੜੇ। ਅਜਿਹਾ ਕਿਹੜਾ ਮਸਲਾ ਸੀ ਜਿਹੜਾ ਮਿਲ ਬੈਠ ਕੇ ਨਹੀਂ ਸੀ ਨਜਿੱਠਿਆ ਜਾ ਸਕਦਾ? ਉਸ ਦੀ ਰਾਏ ਸੀ। ਬਰਾਂਡੇ ਵਿੱਚੋਂ ਵਾਪਸ ਜਾਣ ਲੱਗੀ ਭਖੀ ਭਖਾਈ ਆਪਣੀ ਅਸਲੀ ਸੱਸ ਨੂੰ ਉਹ ਸਮਝਾਉਣ ਤੋਂ ਫੇਰ ਵੀ ਨਹੀਂ ਖੁੰਝਿਆ। ਤੂੰ ਹੀ ਇਸ ਇੱਲਤ ਦੀ ਜੜ ਹੈਗਾ ਐ ਵੱਡਿਆ ਸਾਲਸਾ, ਹੁਣ ਸਾਫੀਆਂ ਦੇਣ ਲੱਗਿਆ। ਨਾਨੀ ਪ੍ਰੀਤਮ ਕੌਰ ਨੇ ਆਪਣੇ ਮੂੰਹ ਵਿੱਚ ਬੁੜਬੁੜ ਜਿਹੀ ਕੀਤੀ। ਅਜਿਹਾ ਤਕਰਾਰ ਇੱਕ ਵਾਰੀ ਨਹੀਂ, ਪਹਿਲਾਂ ਵੀ ਕਈ ਵਾਰ ਹੋਇਆ ਸੀ। ਜਦੋਂ ਕੇਵਲ ਸਿੰਘ ਰਾਏਪੁਰ ਆਉਂਦਾ ਤਾਂ ਪਿੰਡ ਦੇ ਬੰਨੇ ਉੱਪਰ ਅਮਰਗੜ੍ਹ ਦੇ ਠੇਕੇ ਤੋਂ ਪਊਆ ਲਾ ਕੇ ਮੂੰਹ ਕੌੜਾ ਕਰਦਾ। ਸਹੁਰੀ ਪਹੁੰਚਣ ਤੱਕ ਉਸ ਨੂੰ ਫਰਨ ਗੱਲਾਂ ਫੁਰਦੀਆਂ। ਤਰਾਰੇ 'ਚ ਹੋਇਆ ਉਹ ਦੋਹਾਂ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦਾ। ਬਚਨ ਸਿੰਘ ਨੂੰ ਕਈ ਵਾਰ ਸਤਿ ਸ੍ਰੀ ਅਕਾਲ ਬੁਲਾ ਕੇ ਸਾਰ ਲੈਂਦਾ, ਪਰ ਚਰਨ ਸਿੰਘ ਦੇ ਪੈਰਾਂ ਵਿੱਚ ਝੁਕਿਆ ਕਿੰਨੀ ਦੇਰ ਤੱਕ ਆਪਣਾ ਸਿਰ ਨਾ ਚੁੱਕਦਾ। ਅਮਰ ਕੌਰ ਨੂੰ ਮਿਲ ਕੇ ਸਿੱਧਾ ਪ੍ਰੀਤਮ ਕੌਰ ਕੋਲ ਹਾਜ਼ਰੀ ਭਰਦਾ। ਚਾਹ ਦੁੱਧ ਹਮੇਸ਼ਾ ਨਵੇਂ ਛੱਤੇ ਮਕਾਨ ਦੇ ਬਰਾਂਡੇ ਹੇਠ ਬੈਠ ਕੇ ਪੀਂਦਾ। ਰਲੌਟਾ ਬਹੁਤ ਹੈ ਆਪਣਾ ਕੇਵਲ ਸਿਉਂ, ਵੱਡੀ ਨਾਨੀ ਹੁੱਬ ਕੇ ਆਖਦੀ। ਜਦੋਂ ਅਮਰ ਕੌਰ ਨੇ ਜ਼ਮੀਨ ਵੰਡਣ ਬਣਾਉਣ ਵਾਲਾ ਝੰਡਾ ਚੁੱਕ ਲਿਆ ਤਾਂ ਕੇਵਲ ਸਿੰਘ ਦੀ ਆਓ ਭਾਗਤ ਸਗੋਂ ਹੋਰ ਜ਼ਿਆਦਾ ਵੱਧ ਗਈ। ਕੈਲੋ ਮਾਸੀ ਅਤੇ ਮੇਰੀ ਬੀਬੀ ਜੈਲੋ ਕੋਲ ਜਾਣ ਤੋਂ ਮਾਮੇ ਬੇਸ਼ੱਕ ਖੁੰਝ ਜਾਂਦੇ, ਪਰ ਗਿਆਨੋ ਕੋਲ ਕਿਸੇ ਤਿੱਥ ਤਿਉਹਾਰ ਨੂੰ 100 ਬਲ ਫੇਰ ਪਾ ਕੇ ਜ਼ਰੂਰ ਪਹੁੰਚਦੇ। ਖੰਨਾ ਸ਼ਹਿਰ ਗਏ ਤਾਂ ਮੁੜਦੇ ਵਕਤ ਰਾਹ ਵਿੱਚ ਸੂਏ ਉੱਪਰ ਪੈਂਦੇ ਮੇਰੇ ਦਾਦਕੇ ਪਿੰਡ ਨੂੰ ਨਜ਼ਰ ਅੰਦਾਜ਼ ਕਰਦੇ ਲੰਘ ਜਾਂਦੇ। ਗਿਆਨੋ ਮਾਸੀ ਦੀ ਸੁੱਖ ਸਾਂਦ ਪੁੱਛਣ ਲਈ ਸੂਏ ਤੋਂ ਪਿੱਛੇ ਹਟਵੇਂ ਠੀਕਰੀਵਾਲ ਜ਼ਰੂਰ ਫੇਰਾ ਪਾਉਂਦੇ। ਖਮਾਣੋਂ ਗਏ ਵੀ ਠੂਹ ਦੇ ਕੇ ਉੱਥੇ ਜਾ ਵੜਦੇ। ਮੈਂ ਕਿਹਾ, ਕਬੀਲਦਾਰੀ ਦੇ ਜੰਜਾਲ ਤਾਂ ਮੁੱਕਣੇ ਨਹੀਂ, ਭੱਜ ਕੇ ਮਾਸੀ ਮਾਸੜ ਜੀ ਦੀ ਖਬਰਸਾਰ ਲੈ ਆਵਾਂ।
ਸਿਆਣਾ ਨੂੰ ਮਿਲ ਕੇ 100 ਸਿੱਖ ਮਤ ਮਿਲਦੀ। ਮਾਮਾ ਬਚਿੱਤਰ ਸਿੰਘ ਦੋਵੇਂ ਹੱਥ ਜੋੜਦਾ, ਝੁਕ ਕੇ ਆਖਦਾ। ਪਰ ਸੂਬੇਦਾਰ ਦਿਆਲ ਸਿੰਘ ਮੁਸਕਣੀਆਂ ਹੱਸਦਾ। ਦੇਖੋ ਜੀ, ਕਿਲੇ ਵਾਲੀ ਜਗੀਰਦਾਰੀ ਸੋਭਤ ਦਾ ਇੰਨਾ ਕੁ ਅਸਰ ਤਾਂ ਤੁਹਾਡੇ ਜੱਟਾਂ 'ਤੇ ਵੀ ਜ਼ਰੂਰ ਹੋਣਾ ਸੀ ਬਚਿੱਤਰ ਸਿੰਘ। ਉਂਝ ਉਹ ਇੰਨੀ ਜਲਦੀ ਭਿੱਜਣ ਵਾਲਾ ਬੰਦਾ ਨਹੀਂ ਸੀ। ਉਸ ਉੱਪਰ ਖੁਸ਼ਾਮਦ ਦਾ ਕੋਈ ਅਸਰ ਨਾ ਹੁੰਦਾ। ਚਾਹ ਦੁੱਧ ਦੀ ਸੁਲਾਹ ਵੀ ਮਲਮੀ ਜੀਭ ਨਾਲ ਮਾਰਦਾ, ਜਦੋਂ ਕਿ ਨਛੱਤਰ ਕੌਰ ਸੱਚਮੁੱਚ ਚਾਹ ਪੀਤੇ ਬਗੈਰ ਨਾ ਮੁੜਨ ਦਿੰਦੀ। ਕਈ ਸਾਲ ਪਹਿਲਾਂ ਜਦੋਂ ਬਚਿੱਤਰ ਸਿੰਘ ਦੇ ਗਾਹਕ ਉੱਠਣੇ ਸ਼ੁਰੂ ਹੋਏ ਤਾਂ ਸੂਬੇਦਾਰ ਨੇ ਗੁੱਝੀਆਂ ਸੁਰੰਗਾਂ ਚਲਾਉਣੀਆਂ ਜਾਰੀ ਰੱਖੀਆਂ। ਉਹ ਉਮਰੋਂ ਪੱਕੇ ਬਚਿੱਤਰ ਦੁਰਲੱਭ ਨੂੰ ਰਿਸ਼ਤਾ ਨਹੀਂ ਹੋਣ ਦੇਵੇਗਾ। ਆਪਣੇ ਮਨ ਨਾਲ ਮਿੱਥੀ ਬੈਠਾ ਸੂਬੇਦਾਰ ਹਰ ਥਾਂ ਭਾਨੀ ਮਾਰਨੋਂ ਸੰਕੋਚ ਨਾ ਕਰਦਾ। ਸਿੱਧਾ ਪਹੁੰਚਦਾ ਜਾਂ ਕਿਸੇ ਮਿੱਤਰ ਬੇਲੀ ਨੂੰ ਭਾਨੀ ਮਾਰ ਬਣਾ ਕੇ ਘੱਲ ਦਿੰਦਾ। ਬੜੀਆਂ ਊਟ ਪਟਾਂਗ ਗੱਲਾਂ ਕਰਦਾ। ਤੁਸੀਂ ਆਪਣੀ ਧੀ ਨੂੰ ਖੂਜ ਧੱਕਾ ਦੇਣ ਉੱਪਰ ਤੁਲੇ ਹੋਏ ਹੋ ਤਾਂ ਤੁਹਾਡੀ ਮਰਜ਼ੀ। ਉਹ ਮੁੰਡੇ ਵਾਲੇ ਦਾਣੇ ਤਾਂ ਕਦੋਂ ਦੇ ਮੁੱਕ ਚੁੱਕੇ ਨੇ। ਉਹਦਾ ਹੁਕਮ ਹੈ ਬੀਤੀਏ ਦੇ ਘਰੇ ਸ਼ਰੇਆਮ ਜਾਣ ਆਉਣਾ। ਉਸ ਨੂੰ ਸਭ ਟਿੱਡੀ ਪਲਫੀ ਹਜ਼ਮ ਹੈ ਜੀ। ਗੁਆਂਢ 'ਚ ਬਾਹਮਣਾ ਦੀ ਕੁੜੀ ਨਾਲ ਸਹਿਚਾਰ ਵੀ ਹੈਗਾ। ਆਪਣੇ ਆਪ ਨੂੰ ਖੱਬੀ ਖਾਨ ਅਖਵਾਉਂਦੇ ਬੰਦਿਆਂ ਦੀਆਂ ਅਜਿਹੀ ਤੋਹਮਤ ਸੁਣ ਕੇ ਅੱਖਾਂ ਖੁੱਲ੍ਹ ਜਾਂਦੀਆਂ। ਉਹ ਕੰਨਾਂ ਉੱਪਰ ਹੱਥ ਰੱਖਦੇ, ਰਾਏਪੁਰ ਵੱਲ ਮੂੰਹ ਨਾ ਕਰਦੇ। ਜਦੋਂ ਢੀਂਡਸਿਆਂ ਵਾਲਿਆਂ ਦੀ ਗੱਲ ਚੱਲਦੀ ਸੀ, ਸੂਬੇਦਾਰ ਇੱਕ ਸੁਬਾਹ ਸਾਜਰੇ ਢੀਂਡਸੇ ਪਿੰਡ ਜਾ ਧਮਕਿਆ। ਉਸਨੇ ਮੇਵਾ ਸਿੰਘ ਨਾਲ ਸਿੱਧੀ ਮੁਲਾਕਾਤ ਕਰਕੇ ਦੱਸਿਆ ਕਿ ਬਚਿੱਤਰ ਦੁਰਲੱਭ ਦਾ ਵਿਰਾਸਤੀ ਹੱਕ ਸਿਰਫ ਚਰਨ ਸਿੰਘ ਵਾਲੀ ਢੇਰੀ ਉੱਪਰ ਬਣਦਾ। ਚਾਚਾ ਬਚਨ ਸਿੰਘ ਵਾਲੀ ਜ਼ਮੀਨ ਦੀ ਝਾਕ ਰੱਖਣੀ ਫਜ਼ੂਲ ਸੀ, ਕਿਉਂਕਿ ਦੇਰ ਸਵੇਰ ਉਹ ਸਿਆੜ ਉਸ ਦੀ ਨੂੰਹ ਗਿਆਨ ਕੌਰ ਦੇ ਨਾਂ ਜ਼ਰੂਰ ਚੜ੍ਹਨੇ ਸਨ। ਪਰ ਮੇਵਾ ਸਿੰਘ ਉੱਪਰ ਕੋਈ ਖਾਸ ਅਸਰ ਨਾ ਹੋਇਆ। ਭੋਵੇਂ ਤਾਂ ਸਰਦਾਰ ਬਹਾਦਰ 12.5 ਕਿੱਲੇ ਵੀ ਗੁਜ਼ਾਰੇ ਜੋਗੀ ਬਥੇਰੀ ਹੁੰਦੀ। ਤੁਸੀਂ ਕਿਸੇ ਹੋਰ ਕਾਣ ਬਾਰੇ ਦੱਸੋ ਜੇ ਕੋਈ ਹੈਗੀ। ਜਾਣ ਆਉਣ ਨੂੰ ਵੀ ਛੱਡੋ। ਇੰਨੀ ਸੁਣ ਕੇ ਸੂਬੇਦਾਰ ਦਿਆਲ ਸਿੰਘ ਨੇ ਮੇਵਾ ਸਿੰਘ ਦੇ ਮੋਢਿਆਂ ਉੱਤੇ ਆਪਣੇ ਦੋਵੇਂ ਹੱਥ ਰੱਖੇ। ਮੈਂ ਡੰਗਰ ਨਹੀਂ ਚਾਰਦਾ ਰਿਹਾ ਸਰਦਾਰ ਬਹਾਦਰ। ਫੌਜ ਵਿੱਚ ਬੰਦੇ ਚਾਰੇ ਹੋਏ ਨੇ। ਇੱਕ ਅੜਬ ਸ਼ਖਸ ਹੁੰਦਾ ਜਿਹੜਾ ਕਿਸੇ ਦੇ ਆਖੇ ਤੋਂ ਜ਼ਿੱਦ ਛੱਡ ਦਿੰਦਾ। ਐਸਾ ਆਦਮੀ ਨਰ ਖਵਾਉਂਦਾ। ਉਹਦੀ ਜ਼ੁਬਾਨ 'ਚ ਬਰਕਤ ਹੁੰਦੀ। ਪਰ ਰਾਏਪੁਰੀਏ ਨਿਰੇ ਚੰਡਾਲ ਨੇ। ਕੀ ਮਜਾਲ ਕਦੇ ਪੂੰਛ ਨੀਵੀਂ ਕਰ ਲੈਣ। ਹਰ ਟਾਈਮ ਠੂਹੇ ਵਾਂਗ ਜ਼ਹਿਰ ਗੁਲੀ ਜਾਂਦੇ। ਸੂਣ ਖੜੀ ਰੱਖਦੇ। 100 ਦੀ ਇੱਕ ਸੁਣ ਲਓ ਬਈ ਬੰਦੇ ਵਰਤਣ ਵਾਲੇ ਨਹੀਂ। ਦਿਆਲ ਸਿੰਘ ਫਟਾਫਟ ਤੁਰ ਆਇਆ ਸੀ। ਮੇਵਾ ਸਿੰਘ ਨੇ ਬੇਪਰਵਾਹੀ ਦਿਖਾਉਂਦਿਆਂ ਦੂਜੇ ਦਿਨ ਬਚਿੱਤਰ ਸਿੰਘ ਨੂੰ ਰੁਪਈਆ ਚੜ੍ਹਾ ਦਿੱਤਾ। ਬੇਸ਼ੱਕ ਉਹ ਅੱਜ ਦਿਨ ਪਛਤਾ ਰਿਹਾ ਸੀ। ਉਦੋਂ ਤਾਂ ਉਹ ਰਾਏਪੁਰੀਆਂ ਉੱਪਰ ਵਿਕਿਆ ਫਿਰਦਾ। ਮੈਨੂੰ ਤਰੜ ਵਾਲੇ ਬੰਦੇ ਸਗੋਂ ਚੰਗੇ ਲੱਗਦੇ। ਫੌਜੀ ਖਬਰਾਂ ਕਿਉਂ ਫਰੋਟੀਆਂ ਮਾਰੀ ਗਿਆ। ਉਸ ਵਕਤ ਉਸ ਦਾ ਵਿਚਾਰ ਸੀ। ਇਸ ਤੋਂ ਅੱਗੇ ਰਾਏਪੁਰੀਆਂ ਲਈ ਸਿਫਤਾਂ ਹੀ ਸਿਫਤਾਂ ਸਨ, ਜਿਹੜੀਆਂ ਬਚਿੱਤਰ ਸਿੰਘ ਦੇ ਮੰਗਣੇ ਤੋਂ ਲੈ ਕੇ ਦੁਰਲੱਭ ਨੂੰ ਕਰਵਾਏ ਰਿਸ਼ਤੇ ਤੱਕ ਬੇਰੋਕ ਟੋਕ ਹੁੰਦੀਆਂ ਰਹੀਆਂ। ਸ਼ਾਇਦ ਇਹ ਸਿਲਸਿਲਾ ਇੰਜ ਚੱਲਦਾ ਰਹਿੰਦਾ ਜੇ ਬਚਿੱਤਰ ਮਾਮੇ ਨੇ ਆਪਣੇ ਪੈਰ ਆਪੇ ਕੁਹਾੜਾ ਨਾ ਮਾਰਿਆ ਹੁੰਦਾ। ਜਿਨੇ ਦਿਨੀ ਵੱਡਾ ਨਾਨਾ ਇਕੱਲਾ ਬੈਠਾ ਬਾਹਰੋਂ ਦੇਖਣ ਨੂੰ ਹੀਰ ਦੀਆਂ ਕਲੀਆਂ ਲਾਉਂਦਾ, ਪਰ ਅੰਦਰੋਂ ਸੋਚੀ ਪਿਆ ਇਹੀ ਵਿਚਾਰ ਕਰਦਾ। ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਟੱਬਰ ਦਾ ਡੁੱਲ ਪੈਂਦਾ ਇੰਨਾ ਪਿਆਰ ਆਦਰ ਸਤਿਕਾਰ ਦੇਖਿਆ ਸੀ। ਐਸਾ ਖੁੱਲ੍ਹਦਿਲਾ ਪਰਿਵਾਰ ਜਿਹੜਾ ਆਪਣੀ ਧੀ ਦੇ ਸਹੁਰਿਆਂ ਉੱਪਰੋਂ ਜਾਨ ਨਿਸ਼ਾਵਰ ਕਰਨ ਨੂੰ ਸਦਾ ਤਿਆਰ ਰਹਿੰਦਾ। ਰਾਏਪੁਰੀਏ ਟਰੈਕਟਰ ਵਾਸਤੇ ਕਾਂ ਹੱਥ ਸੁਨੇਹਾ ਭੇਜਦੇ। ਇੱਕ ਦੀ ਥਾਂ 2 ਟਰੈਕਟਰ ਘੂਕਦੇ ਸ਼ੂਕਦੇ ਆ ਜਾਂਦੇ। ਜ਼ਮੀਨ ਬੈ ਖਰੀਦਣ ਲਈ 3 ਸਾਲਾਂ ਵਿੱਚ ਚਰਨ ਸਿੰਘ ਨੇ 2 ਵਾਰੀ ਮਾਇਆ ਦੀ ਮੰਗ ਪਾਈ ਤਾਂ ਮੰਗੀ ਰਕਮ ਲੈ ਕੇ ਮੇਵਾ ਸਿੰਘ ਤੇ ਦਲਵੀਰਾ ਸਿੱਧੇ ਤਹਿਸੀਲ ਵਿੱਚ ਬਰਾਬਰ ਆ ਖੜੋਤੇ ਸਨ। ਆੜ੍ਹਤੀਏ ਜਾਂ ਸ਼ਾਹੂਕਾਰ ਭਾਵੇਂ ਕਾਲੇ ਚੋਰ ਤੋਂ ਫੜ ਕੇ ਲਿਆਏ ਹੋਣ। ਇਹਨਾਂ ਸਾਕਾਂ ਦੀ ਸਹਾਇਤਾ ਨਾਲ ਚਰਨ ਬਚਨ ਦੇ ਲਾਣੇ ਨੇ 2-3 ਵਰ੍ਹਿਆਂ ਦੌਰਾਨ ਆਪਣੇ ਟਰੈਕਟਰ ਟਰਾਲੀ ਨੂੰ ਛੱਡ ਕੇ 2 ਕਿੱਲੇ ਬੈ ਵੀ ਖਰੀਦ ਲਏ ਸਨ। ਉਸ ਦੇ ਕੁੜਮ ਮੇਵਾ ਸਿੰਘ ਦੀ ਦਲੀਲ ਬਹੁਤ ਉੱਚੀ ਸੀ। ਉਸ ਦਾ ਕੁੜਮੇਟਾ ਦਲਵੀਰ ਸਿੰਘ ਚੰਗਾ ਘੁੰਮਿਆ ਫਿਰਿਆ ਪੂਰਾ ਕੈਂਟਰ ਬੰਦਾ ਸੀ। ਬੇਸ਼ੱਕ ਮਕਸੂਦੜੇ ਵੱਸਦਾ। ਨਾਨੇ ਦਾ ਮਾੜੇ ਸਮੇਂ ਦਾ ਪੱਗਵਟ ਭਰਾ ਮਾਨ ਸਿੰਘ ਮਕਸੂਦੜਾ ਵੀ ਕੰਡਾ ਚੁੱਭੇ ਤੋਂ ਰਾਏਪੁਰ ਆ ਪਹੁੰਚਦਾ
ਪਰ ਉਹ ਮਿੱਤਰ ਇਹਨਾਂ ਸੱਗੇ ਰੱਤੇ ਸਾਕਾਂ ਦਾ ਮੁਕਾਬਲਾ ਥੋੜ੍ਹੋ ਕਰ ਸਕਦਾ ਸੀ। 3-4 ਵਰ੍ਹਿਆਂ ਬਾਅਦ ਇਹ ਨੇਕ ਵਕਤ ਸਾਕ ਵੱਡੇ ਨਾਨੇ ਵਾਸਤੇ ਮਾੜੇ ਬਣ ਚੁੱਕੇ ਸਨ। ਠੀਕਰੀ ਵਾਲੀਆਂ ਨੇ ਤਾਂ ਆਪਣੀਆਂ ਕੁੱਝੀਆਂ ਹੋਛੀਆਂ ਹਰਕਤਾਂ ਕਰਕੇ ਚਰਨੇ ਬਚਨੇ ਦੇ ਟੱਬਰ ਨੂੰ ਤੜਫਾਇਆ ਹੀ ਨਹੀਂ, ਮੱਚਦੀ ਅੱਗ ਉੱਪਰ ਤਪਾਇਆ ਵੀ ਸੀ। ਬਚਿੱਤਰ ਸਿੰਘ ਨੇ ਉਸ ਸੁਬਾਹ ਇੰਨਾ ਹੋਛਾ ਨਹੀਂ ਸੀ ਵਗਣਾ। ਜੇ ਉਹ ਖੇਤ ਵਿੱਚੋਂ ਭਖਿਆ ਭਖਾਇਆ ਘਰ ਆਇਆ, ਵਿਹੜਾ ਸੁੰਬਰ ਦੀ ਦਲਵੀਰੋ ਦੇ ਮੱਥੇ ਨਾ ਲੱਗਿਆ ਹੁੰਦਾ। ਅਸਲ ਵਿੱਚ ਖੂਹ ਤੋਂ ਮੁੜਦੇ ਨੂੰ ਸਕੂਟਰ ਰੋਕ ਕੇ ਹਰਨਾਮੇ ਲੰਬੜਦਾਰ ਨੇ ਬਹੁਤ ਘਿਨਾਉਣੀ ਖਬਰ ਸੁਣਾਈ ਸੀ ਕਿ ਠੀਕਰੀ ਵਾਲੀਆ ਸੂਬੇਦਾਰ 10 ਬੰਦੇ ਲਿਆ ਕੇ ਬਚਨ ਸਿੰਘ ਨੂੰ ਚੁੱਕ ਕੇ ਲੈ ਜਾਵੇਗਾ। ਸਮਰਾਲਾ ਤਹਿਸੀਲ ਵਿੱਚੋਂ ਹੀ ਉਂਗਲੀ ਵੱਢ ਨੂੰ ਸਾਰੀ ਗਿਣੀ ਮਿਥੀ ਸਾਜ਼ਿਸ਼ ਦਾ ਪਤਾ ਲੱਗਿਆ ਸੀ। ਜ਼ੋਰਾ ਜਰਬੀ ਹਿੱਵਾ ਕਰਵਾ ਕੇ ਉਹਨਾਂ ਨਿਹੰਗ ਨੂੰ ਛੱਡਣਾ ਸੀ। ਸੱਟ ਫੇਟ ਮਾਰਨ ਜਾਂ ਹੋਰ ਨਫਾ ਨੁਕਸਾਨ ਹੋਣ ਦਾ ਵੀ ਡਰ ਸੀ। ਇੰਜ ਹਰਖਿਆ ਹੋਇਆ ਬਚਿੱਤਰ ਸਿੰਘ ਉਸ ਸਵੇਰ ਆਪਣੀ ਚਾਰਦੀਵਾਰੀ ਵੜਿਆ ਤਾਂ ਸਾਹਮਣੇ ਰੜਕਾ ਚੁੱਕੀ ਦਬਾ ਦਬ ਸੁੰਬਰ ਦੀ ਦਲਵੀਰ ਕੌਰ ਉਸ ਨੂੰ ਬੁਰੀ ਲੱਗੀ। ਖੜੀ ਕੀਤੀ ਸੂਹਣ ਉਸ ਨੂੰ ਹਮੇਸ਼ਾ ਕੁਛ ਸ਼ਗਨੀ ਜਾਪਦੀ। ਘਰੋਂ ਨਿਕਲਦੇ ਸਮੇਂ ਕਦੇ ਖਾਲੀ ਟੋਕਰਾ ਜਾਂ ਘੜਾ ਮਿਲਦਾ ਤਾਂ ਉਹ ਵਾਪਸ ਮੁੜ ਆਉਂਦਾ। ਹਰਨਾਮਾ ਲੰਬੜਦਾਰ, ਕਾਲੂ ਬਾਹਮਣ ਜਾਂ ਸਾਂਝ ਝੋਟਾ ਟੱਕਰੇ ਤੋਂ ਉਹ ਕਿਧਰੇ ਜਾਂਦਾ ਹੀ ਨਹੀਂ ਸੀ। ਜੁੱਤੀ ਖੋਲ੍ਹ ਕੇ ਪਗੜੀ ਲਾਹ ਕੇ ਘਰ ਬੈਠਣ ਨੂੰ ਤਰਜੀਹ ਦਿੰਦਾ। ਇਹ ਸਾਰੇ ਸੰਸਕਾਰ ਉਸ ਨੂੰ ਪਿਤਾ ਚਰਨ ਸਿੰਘ ਪਾਸੋਂ ਮਿਲੇ ਸਨ, ਜਿਹੜਾ ਬਚਪਨ ਤੋਂ ਸਦਾ ਅਜਿਹੀਆਂ ਕਹਾਣੀਆਂ ਸੁਣਾਉਂਦਾ ਆਇਆ ਸੀ। ਬਚਨ ਸਿੰਘ ਬਿਲਕੁਲ ਉਲਟ ਵਿਚਾਰਾਂ ਦਾ ਧਾਰਨੀ ਸੀ। ਉਹ ਸ਼ਗਨ ਅਪਸ਼ਗਨ ਵਿਚਾਰਦਾ ਹੀ ਨਹੀਂ ਸੀ। ਉਹ ਤੈਂ ਉਸ ਮਨਹੂਸ ਲੰਬੜਦਾਰ ਦੀਆਂ ਸ਼ੁਰਲੀਆਂ ਸੁਣ ਲੀਆਂ ਬਚਿੱਤਰ ਸਿਆਂ। ਉਹ ਆਪਣੇ ਮਨੋਂ ਹੀ ਲਵਰਨ ਗੁੰਦਣ ਜਾਣਦਾ। ਉਸ ਨੂੰ ਸਵਾਦ ਨਹੀਂ ਆਉਂਦਾ ਜਦ ਤੱਕ ਸਾਹਮਣੇ ਮਿਲੇ ਕਿਸੇ ਵਾਕਿਫਕਾਰ ਨੂੰ ਫਰੌਟੀ ਸੁਣਾ ਕੇ ਤਨੋਂ ਮਨੋਂ ਤੜਫਣ ਨਾ ਲਾ ਦੇਵੇ। ਮੈਂ ਉਸ ਨਾਰਦ ਮੁਨੀ ਦੀ ਰਗ ਰਗ ਤੋਂ ਜਾਣੂ ਹਾਂ। ਚਲਿੱਤਰੀ ਦਿਖਾ ਕੇ ਆਪੇ ਹੱਸਣ ਲੱਗ ਜਾਊ। ਆਖੇ ਕਿਉਂ ਲੰਬੜਦਾਰ ਜੀ, ਪਾ ਦਿੱਤਾ ਨਾ ਬਾਣੀ, ਹੁਣ ਉੱਟ ਲਿਆ ਫਿਰੀ ਜਾਊ। ਬਚਨ ਸਿੰਘ ਨੇ ਦੂਜੇ ਦਿਨ ਬਚਿੱਤਰ ਨੂੰ ਸਮਝਾਇਆ ਸੀ, ਪਰ ਤੀਰ ਛੱਡਿਆ ਜਾ ਚੁੱਕਾ ਸੀ। ਮਾਮਾ ਆਪਣੀ ਘਰਵਾਲੀ ਨੂੰ ਮੰਦਾ ਬੋਲ ਚੁੱਕਾ ਸੀ। ਪਹਿਲਾਂ ਜਿਹੜੀ ਉਲਝੀ ਹੋਈ ਤਾਣੀ ਹੈ ਉਸ ਨੂੰ ਸੁਲਝਾਉਣਾ ਬਣਦਾ। ਨਵੇਂ ਗਲੋਟੇ ਉਧੇੜਨੇ ਵਾਰਾ ਨਹੀਂ ਖਾਂਦੇ ਹੁੰਦੇ। ਵੱਡਾ ਨਾਨਾ ਅਜੇ ਵੀ ਢੀਂਡਸਿਆਂ ਵਾਲੀ ਧਿਰ ਨੂੰ ਹੱਥੋਂ ਗਵਾਉਣੀ ਨਹੀਂ ਸੀ ਚਾਹੁੰਦਾ। ਉਸ ਅਨੁਸਾਰ ਆਪਣੀ ਜੀਵਨ ਸਾਥਣ ਵਿੱਚ ਨੁਕਸ ਛਾਂਟਣੇ ਅਕਲਮੰਦੀ ਨਹੀਂ ਸੀ। ਜਦੋਂ ਕਿ ਉਸ ਦੀ ਨੂੰਹ ਦਲਵੀਰ ਕੌਰ ਤਾਂ ਅਕਲ ਸ਼ਹੂਰ ਪੱਖੋਂ ਬੇਹੱਦ ਸੂਝਵਾਨ ਔਰਤ ਸੀ। ਛੋਟਾ ਨਾਨਾ ਬਚਨ ਸਿੰਘ ਵੀ ਇਹੀ ਰਾਏ ਰੱਖਦਾ। ਸੂਝ-ਬੂਝ ਦੀ ਮਾਲਕ ਹੁੰਦੀ ਤਾਂ ਮਾੜੀ ਮੋਟੀ ਨਾਰਾਜ਼ਗੀ ਨੂੰ ਅਖਬਾਰਾਂ 'ਚ ਕਿਉਂ ਕਢਾਉਂਦੀ? ਲੰਬੂਤਰੇ ਜੇ ਭਾਈ ਨਾਲ ਚੁੰਨੀ ਚੱਕ ਕੇ ਤੁਰਦੀ ਕਿਉਂ? ਸ਼ਗਨਾਂ ਨਾਲ ਵਿਦਾ ਹੋ ਕੇ ਨਾ ਜਾਂਦੀ? ਇੱਕ ਹੋਰ ਦਿਨ ਗੱਲ ਛਿੜੀ ਤਾਂ ਵੱਡਾ ਮਾਮਾ ਤਿਲ ਮਿਲਾਇਆ। ਵਿਦਾਇਗੀ 'ਚ ਕਿਆ ਰੱਖਿਆ ਬਚਿੱਤਰ ਸਿਆਂ। ਨੂੰਹ ਦਾ ਪੈਰ ਭਾਰੀ ਥਾ। ਉਹ ਘਰ ਆਏ ਭਾਈ ਨਾਲ ਪਿਉਕੀ ਚਲੀ ਗਈ। ਤੇਰੀ ਮਾਰ ਮਾਸੀ ਨੇ ਕਰਨ ਲਾਇਕ ਬਿਹਾਰ ਕਰ ਦਿੱਤਾ ਸੀ। ਇਹ ਤੀਵੀਆਂ ਨਹੀਂ ਵਿਚਾਰੋਂ ਬਿਹਾਰੋਂ ਖੁੰਝਦੀਆਂ ਹੁੰਦੀਆਂ। ਕਿਹੜੇ ਅਖਬਾਰ ਨੂੰ ਖਬਰ ਦਿੱਤੀ ਉਹਨਾਂ? ਵੱਡਾ ਨਾਨਾ ਹਰ ਹੀਲੇ ਸੁਲ੍ਹਾ ਚਾਹੁੰਦਾ। ਸਾਰੀਆਂ ਰਿਸ਼ਤੇਦਾਰੀਆਂ ਵਿੱਚ ਗਾਉਂਦੇ ਫਿਰਦੇ ਨੇ ਉਹ। ਬਚਿੱਤਰ ਸਿੰਘ ਭੜਕਿਆ। ਰਿਸ਼ਤੇਦਾਰ ਅਖਬਾਰਾਂ ਨਾਲੋਂ ਘੱਟ ਹੁੰਦੇ? ਇਹ ਤਾਂ ਕੋਈ ਗੱਲ ਨਾ ਹੋਈ। ਦੁਖਿਆਰਾ ਬੰਦਾ ਕੰਡਾ ਲੱਗੇ ਤੋਂ ਵੀ ਤੜਫੂਗਾ। ਜਿੰਨੀਆਂ ਕੋਈ ਤੁਹਾਡੀਆਂ ਸਿਫਤਾਂ ਕਰੂ, ਜੇ ਵਿਗੜ ਜਾਵੇ ਬਦਖੋਈ ਵੀ ਉਨੀਓ ਵੱਧ ਕਰੂ। ਸੁਭਾਅ ਹੁੰਦੇ ਨੇ ਟੱਬਰਾਂ ਦੇ। ਵੱਡਾ ਨਾਨਾ ਹਰ ਹੀਲੇ ਖੂਹ ਉੱਪਰ ਮਿਲੇ ਮਾਮੇ ਨੂੰ ਸਮਝਾਉਂਦਾ ਕਿ ਉਹ ਆਪਣੀ ਮਾਂ ਦੇ ਮਧਰੇ ਕੱਦ ਵੱਲ ਨਜ਼ਰ ਮਾਰੇ। ਰੰਗ ਭਾਵੇਂ ਚਿੱਟਾ ਹੈ ਪਰ ਕੱਦ ਕਾਠ ਪੱਖੋਂ ਉਹ ਚਰਨ ਸਿੰਘ ਦੇ ਮੇਜ਼ ਦੀ ਨਹੀਂ। ਸਿਆਣਾ ਪੁਰਸ਼ ਹਮੇਸ਼ਾ ਔਰਤ ਦੀ ਸੂਰਤ ਨਾਲੋਂ ਸੀਰਤ ਦੇਖਦਾ ਹੁੰਦਾ, ਰੂਪ ਨਾਲੋਂ ਕੁੱਖ ਪਰਖਦਾ ਹੁੰਦਾ। ਨਾਨੇ ਨੇ ਅਕਬਰ ਬਾਦਸ਼ਾਹ ਵਾਲੀ ਕਥਾ ਵੀ ਸੁਣਾਈ, ਜਿਸ ਮੁਤਾਬਕ ਰਾਜਾ ਆਪਣੇ ਵਜ਼ੀਰ ਬੀਰਬਲ ਨੂੰ ਨੀਵਾਂ ਦਿਖਾਉਣ ਲਈ ਉਸ ਦੀ ਕਾਲੀ ਕਲੂਟੀ ਮਾਤਾ ਨੂੰ ਦੇਖਣਾ ਚਾਹੁੰਦਾ। ਉਸ ਦੇ ਘਰ ਚਲਿਆ ਗਿਆ ਤਾਂ ਪਰਦਾ ਕਰੀ ਬੈਠੀ ਸੂਝਵਾਨ ਮਾਤਾ ਨੇ ਆਪਣੀ ਕੁੱਖ ਨੰਗੀ ਕਰਦਿਆਂ ਘੁੰਡ ਵਿੱਚੋਂ ਆਖਿਆ, ਬਾਦਸ਼ਾਹ ਸਲਾਮਤ, ਤੈਂ ਮੇਰਾ ਮੁੱਖ ਦੇਖ ਕੇ ਕੀ ਲੈਣਾ? ਤੂੰ ਮੇਰੀ ਸੁਲੱਖਣੀ ਕੁੱਖ ਕੰਨਿਓ ਦੇਖ ਲੈ, ਜਿਹਨੇ ਬੀਰਬਲ ਵਰਗਾ ਲਾਇਕ ਪੁੱਤਰ ਜੰਮਿਆ।
ਸੋ ਬਚਿੱਤਰ ਸਿੰਘ ਆਪਣਾ ਜਵਾਕ ਦੇਖਣ ਦੇ ਬਹਾਨੇ ਢੀਂਡਸੇ ਜਾਵੇ, ਦੋਹਾਂ ਧਿਰਾਂ ਦਾ ਹਰਖ ਮਿਟ ਜਾਵੇਗਾ। ਪਾਟੇ ਨੂੰ ਸਿਉਂਈਏ ਨਾ ਅਰ ਰੁੱਸੇ ਨੂੰ ਮਨਾਈਏ ਨਾ, ਤਾਂ ਬਿੱਥ ਵੱਧਦੀ ਵੱਧ ਜਾਂਦੀ ਸ਼ੇਰਾ। ਕਿਸੇ ਨੂੰ ਨੇੜੇ ਲਿਆਉਣ ਖਾਤਰ ਆਪ ਨੂੰ ਵੀ ਥੋੜ੍ਹਾ ਲਵੇ ਲੱਗਣਾ ਪੈਂਦਾ। ਸਮਝਾ ਕੇ ਥੱਕਿਆ ਚਰਨ ਸਿੰਘ ਹੁਣ ਬਰਾਬਰ ਦੇ ਪੁੱਤਰ ਨੂੰ ਹੋਰ ਕੀ ਆਖਦਾ। ਮੁੰਡੇ ਨੇ ਭੜਕ ਜਾਣਾ ਸੀ। ਇੱਕ ਹੋਰ ਦਿਨ ਉਸ ਕੋਲ ਮੰਜੇ ਉੱਤੇ ਬੈਠੇ ਕੋਡਾ ਹੋ ਕੇ ਡੱਕੇ ਨਾਲ ਮਿੱਟੀ ਖੁਰਲੇ ਬਚਿੱਤਰ ਸਿੰਘ ਨੂੰ ਨਾਨੇ ਨੇ ਬੋਲਣ ਨਾਲੋਂ ਦ੍ਰਿਸ਼ਟਾਂਤ ਦੇਣਾ ਬਿਹਤਰ ਸਮਝਿਆ। ਥੋੜ੍ਹੀ ਅਕਲੋਂ ਬਹੁਤੀ ਕਿਹੜਾ ਕਰ ਦੂ ਬਾਲਕਿਆ, ਤੈਂ ਵਿੱਚ ਮਤ ਹੈ ਮੁੰਡਿਆ ਇਹੋ ਡਾਢੇ ਪਾਈ। ਕੌੜੇ ਬੋਲ ਸੁਣ ਕੇ ਅਜ਼ਮਤ ਕੌਣ ਦਿਖਾ ਦਊਗਾ, ਮਤਲਬ ਕੱਢਣ ਨੂੰ ਤਾਂ ਚਾਹੀਦੀ ਨਰਮਾਈ। ਬਰਕਤ ਵਿੱਦਿਆ ਦੀ ਹੈ ਮਿਲਦੀ ਬਚਨਾ ਮਿੱਠਿਆਂ ਨੂੰ, ਕੌੜੇ ਬੋਲਿਆਂ ਤੋਂ ਸਿਰ ਪੈਂਦੀ ਬੀਬਾ ਸ਼ਾਈ। ਕੌੜਾ ਬੋਲ ਤੁਹਾਡਾ ਘਰ ਦੇ ਤਾਂ ਜਰ ਲੈਣਗੇ, ਸੁੱਕਾ ਛਿੱਤਰ ਪੁੱਤਰਾ ਫੜ ਲੂਗੀ ਲੁਕਾਈ। ਮਾਮੇ ਨੇ ਧਰਤੀ ਤੋਂ ਮੂੰਹ ਉੱਪਰ ਚੁੱਕਿਆ, ਹੱਥ ਵਿੱਚ ਫੜਿਆ ਡੱਕਾ ਦੂਰ ਸਿੱਟਿਆ ਅਤੇ ਨਾਨੇ ਵੱਲ ਕੌੜਾ ਝਾਕਿਆ। ਤੈਂ ਵੀ ਮੈਨੂੰ ਮੂਰਖ ਬਣਾਤਾ ਬਾਪੂ। ਇੰਨੇ ਵੇਲੇ ਸਿਰ ਕੀਤਾ ਜੈਲੋ ਭੈਣ ਦਾ ਇਸ਼ਾਰਾ ਤੇਰੇ ਥੋਥੇ ਦਿਮਾਗ 'ਚ ਪਿਆ ਨਹੀਂ ਸੀ। ਕਿਹੜਾ ਇਸ਼ਾਰਾ? ਨਾਨਾ ਵੀ ਤੱਤਾ ਹੋ ਗਿਆ। ਕਿਹੜਾ ਇਸ਼ਾਰਾ? ਮਾਮੇ ਨੇ ਸਾਂਗ ਲਾਈ। ਟੁੱਟਣ ਨੂੰ ਖਾਲੀ ਪੀਪੇ ਵਾਂਗੂ ਝਾੜ ਕੇ ਦੇਖ ਲੈ। ਮਾਮਾ ਮੁਸਕਰਾਇਆ। ਤੈਨੂੰ ਸਲੌਦੀ ਗਏ ਨੂੰ ਜੈਲੋ ਨੇ ਦੱਸਿਆ ਤੀ ਬਈ ਜਿਹੜੀ ਕੁੜੀ ਤੁਸੀਂ ਦੇਖਦੇ ਹੋ ਉਹਦਾ ਰੰਗ ਥੋੜ੍ਹਾ ਕਣਕ ਬੰਨਾ ਅਰ ਤੈਂ ਉਹਨੂੰ ਉੱਥੇ ਹੀ ਚੁੱਪ ਕਰਾ ਦਿੱਤਾ। ਮਾਮੇ ਨੇ ਸਾਰਾ ਗੁੱਸਾ ਉਗਲ ਦਿੱਤਾ। ਬਾਚੀ ਬੰਦ ਕਰਤੀ ਸੀ ਤਾਂ ਜੈਲੋ ਭੈਣ ਦੀ। ਮਾਮਾ ਕਲ ਪਿਆ। ਉਹ ਰੰਗ ਤਾਂ ਦੋ ਹੀ ਹੁੰਦੇ ਨੇ ਕਮਲਿਆ, ਹੋਰ ਵੀ ਕਈ ਗੁਣ ਦੇਖਣੇ ਹੁੰਦੇ। ਰਿਸ਼ਤਾ ਤੈਨੂੰ ਹੁੰਦਾ ਕੋਈ ਨਹੀਂ ਸੀ। ਵੱਡੇ ਨਾਨੇ ਨੇ ਥੋੜ੍ਹੀ ਸ਼ਾਂਤੀ ਦਿਖਾਈ। ਅਖੇ ਰੰਗ ਤਾਂ ਦੋ ਹੀ ਹੁੰਦੇ ਨੇ, ਹੋਰ ਕੀ ਦੇਖਿਆ ਤੈਂ? ਗੁੱਠੁੱਲੀ ਜੀ ਤੀਵੀਂ ਮੇਰੇ ਗਲ ਪਾ ਕੇ ਮੈਨੂੰ ਝਾਫਿਆਂ 'ਤੇ ਧਰ ਦਿੱਤਾ। ਬਚਿੱਤਰ ਸਿੰਘ ਰੋਣ ਹਾਕਾ ਹੋ ਗਿਆ। ਹੋਰ ਕਿਹੜੀ ਤੂੰ ਹੂਰ ਪਰੀ ਵਿਆਹ ਲਾਉਂਦਾ? ਤੀਵੀਂ ਤਾਂ ਤੀਵੀਂ ਹੁੰਦੀ, ਆਪਣੀ ਮਾਂ ਕੰਨੀਓ ਦੇਖ ਲੈ। ਨਾਨਾ ਤਲਖ ਹੋ ਕੇ ਬੋਲਿਆ। ਮੇਰੀ ਮਾਂ ਤਾਂ ਦੇਵੀ ਹੈ। ਉਹਦੀ ਰੀਸ ਗਿੱਠ ਦੀ ਜ਼ਬਾਨ ਵਾਲੀ ਦਲਵੀਰੋ ਕਿੱਥੇ ਕਰ ਲੂ? ਮੇਰੀ ਮਾਂ ਨੂੰ ਤੂੰ ਅੰਦਰ ਬਾੜ ਕੇ ਕੁੱਟ ਲੈਂਦਾ ਸੀ। ਉਹਨੇ ਕਦੇ ਬਾਹਰ ਭਾਫ ਨਹੀਂ ਕੱਢੀ। ਇਹ ਮਾੜਾ ਜਿਹਾ ਬੋਲੇ ਤੋਂ ਸੂਈ ਕੁੱਤੀ ਵਾਂਗੂ ਪੈ ਜਾਂਦੀ। ਉਦਣ ਮਾਮਾ ਇੰਨਾ ਤਣਿੰਗ ਹੋਇਆ ਕਿ ਮੁੜ ਕੇ ਨਾਨੇ ਕੋਲ ਬੈਠਣੋਂ ਵੀ ਝਿਜਕਦਾ। ਪਰ ਨਾਨਾ ਜਦੋਂ ਇਕੱਲਾ ਹੁੰਦਾ ਤਾਂ ਨੇੜ ਸਕਾ ਟਹਿਲਾ ਆ ਜਾਂਦਾ ਤਾਂ ਦੋਵੇਂ ਨਵੇਕਲੇ ਬੈਠ ਕੇ ਹਜੂਰਾ ਸਿੰਘ ਦੀ ਹੀਰ ਗਾਉਂਦੇ।